सतगुर की। जिसनू मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी बिच बाणी अमृत सारे। गुर बाणी कहे सेवक जन मानै। पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। जा सुख का चाहे सदा शरण राम की ले। कहो नानक सुन रे मना दुर्लभ मानुख देहे। माया कारण तावही मूर्ख लोग अजान। कहो नानक बिन हर भजन बिरथा जन्म सिरान। माया कारण तावही मूर्ख लोग अजान। कहो नानक बिन हर भजन बिरथा जन्म सिरान। वाहिगुरु जी का खालसा वाहिगुरु जी की फतेह। श्लोक महला नौवां। इस बाणी दे विचों दो श्लोकां दा पाठ जो अज आप जी ने सरवण कीता है, इन्हां श्लोकां दी विचार सिख कौम दे महान विद्वान भाई किशन सिंह जी श्री अमृतसर साहब वाले आप जी नूं सरवण करवाउणगे। दो दिन का उन्हां दा समा है साडे पास। अज उन्हां दी विदायगी है। प्रबंधक सेवादारां वल्लों भाई साहब जी का बहुत बहुत धन्यवाद।
ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਹਰ ਐਤਵਾਰ ਹੁੰਦਾ ਹੈ। 9 ਵਜੇ ਤੱਕ ਇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। 21 ਤਰੀਕ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। 21 ਤਰੀਕ ਨੂੰ ਹੀ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ। ਸੋ ਆਪ ਜੀ ਨੇ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਵਲੰਟੀਅਰ ਸੇਵਾ 4 ਸਾਲਾਂ ਦੇ ਪਹਿਲਾਂ ਜਿਹੜੀ ਆਰੰਭ ਕੀਤੀ ਗਈ ਸੀ, ਕੋਵਿਡ ਵਿੱਚ ਬੰਦ ਹੋਈ, ਉਸ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਪੁਰਾਣੇ ਕਾਰਡ ਨਹੀਂ ਮੰਨੇ ਜਾਣਗੇ। ਪੁਰਾਣੇ ਵਲੰਟੀਅਰ ਕਾਰਡ ਜਮ੍ਹਾਂ ਕਰਵਾ ਕੇ ਆਪ ਜੀ ਨਵੇਂ ਕਾਰਡ ਲੈ ਸਕਦੇ ਹੋ। ਹੋਰ ਵੀ ਜਿਨ੍ਹਾਂ ਵੀਰਾਂ ਭੈਣਾਂ ਬੱਚਿਆਂ ਨੇ ਸੇਵਾ ਕਰਨੀ ਹੋਵੇ, ਉਹ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਵਲੰਟੀਅਰ ਕਾਰਡ ਲੈ ਸਕਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ 550 ਸਾਲੇ ਤੇ ਜੋ 550 ਬੱਚੇ ਆਪਾਂ ਨੇ ਅਡਾਪਟ ਕੀਤੇ ਸਨ, ਜਿਨ੍ਹਾਂ ਪਰਿਵਾਰਾਂ ਨੇ ਉਸ ਵਕਤ ਬੱਚਿਆਂ ਦੇ ਲਈ ਪੜ੍ਹਾਈ ਦੇ ਵਾਸਤੇ ਸੇਵਾ ਕੀਤੀਆਂ ਸਨ, ਉਹਨਾਂ ਸਾਰਿਆਂ ਨੂੰ ਬੇਨਤੀ ਹੈ, ਅੱਗੋਂ ਵੀ ਉਹ ਬੱਚੇ ਜਿਹੜੇ ਗਰੀਬ ਨੇ, ਭਾਵ ਗਰੀਬ ਉਹਨਾਂ ਦੇ ਮਾਤਾ ਪਿਤਾ ਨੇ, ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਨੇ, ਜਾਂ ਉਹ ਬੱਚੇ ਜਿਨ੍ਹਾਂ ਦੇ ਕਮਾਉਣ ਵਾਲੇ ਪਿਤਾ ਜੀ ਸੰਸਾਰ ਵਿੱਚ ਨਹੀਂ, ਆਓ ਆਪਾਂ ਉਹਨਾਂ ਨੂੰ, ਜਿਹੜਾ ਮਨੁੱਖ ਦਾ ਤੀਸਰਾ ਨੇਤਰ ਮੰਨਿਆ ਗਿਆ ਹੈ, ਉਹ ਹੈ ਵਿਦਿਆ, ਇਹ ਆਪਾਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੀਏ। ਔਰ ਇਹ ਪੂਰੇ ਸਾਲ ਦੇ ਵਿੱਚ ਇੱਕੋ ਵਾਰੀ ਆਪ ਜੀ ਸਾਰੀ ਮਾਇਆ ਭੇਜ ਸਕਦੇ ਹੋ। ਔਰ ਹੁਣ FCRA ਅਕਾਊਂਟ ਹੋਣ ਕਰਕੇ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਤੁਸੀਂ ਬੱਚੇ ਨੂੰ ਸਪਾਂਸਰ ਕਰਦਿਆਂ ਆਪਣੀ ਬੈਂਕ ਤੋਂ ਸਿੱਧੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ, ਕਿਸੇ ਦੇ ਹੱਥੀਂ ਭੇਜਣ ਦੀ ਲੋੜ ਨਹੀਂ। ਅਕਾਊਂਟ ਨੰਬਰ ਜਿਹੜੇ ਨੇ ਉਹ ਤੁਹਾਨੂੰ ਫੇਸਬੁੱਕ ਤੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਤੋਂ ਪ੍ਰਾਪਤ ਹੋ ਸਕਦੇ ਨੇ। ਉਹਦੇ ਵਿੱਚ ਬੰਗਲਾ ਸਾਹਿਬ ਦਾ, ਸੀਸਗੰਜ ਸਾਹਿਬ ਦਾ ਵੱਖਰਾ ਅਕਾਊਂਟ ਹੈ, ਹੌਸਪੀਟਲ ਦਾ ਅਕਾਊਂਟ ਵੱਖਰਾ ਹੈ। ਜਿਹੜਾ FCRA ਅਕਾਊਂਟ ਹੈ ਉਹ ਸਟੇਟ ਬੈਂਕ ਆਫ ਇੰਡੀਆ ਦਾ ਹੈ। ਇਹ ਜ਼ਰੂਰ ਚੇਤਾ ਰੱਖਣਾ ਕਿ ਬਾਹਰਲੇ ਮੁਲਕਾਂ ਤੋਂ ਪੈਸਾ ਕੇਵਲ ਸਟੇਟ ਬੈਂਕ ਆਫ ਇੰਡੀਆ ਦੇ ਹੀ ਅਕਾਊਂਟ ਵਿੱਚ ਆ ਸਕਦਾ, ਦੂਜੇ ਅਕਾਊਂਟ ਵਿੱਚ ਨਹੀਂ ਆ ਸਕਦਾ। ਪੈਸੇ ਭੇਜੋਗੇ ਤਾਂ ਉਹ ਰਸਤੇ ਵਿੱਚ ਰਹਿ ਜਾਣਗੇ, ਨਾ ਤੁਹਾਨੂੰ ਵਾਪਸ ਮਿਲਣਗੇ, ਨਾ ਸਾਨੂੰ ਇੱਥੇ ਸੇਵਾ ਦੇ ਵਿੱਚ ਪਹੁੰਚਣਗੇ। ਸੋ ਪੈਸੇ ਭੇਜਣ ਲੱਗਿਆ ਖਾਸ ਕਰਕੇ ਜਿੰਨੇ NRI ਵੀਰ ਭੈਣ ਨੇ, ਸਭ ਨੂੰ ਬੇਨਤੀ ਹੈ ਕਿ ਤੁਹਾਡੇ ਵਾਸਤੇ ਜਿਹੜਾ ਅਕਾਊਂਟ ਹੈ ਉਹ ਸਟੇਟ ਬੈਂਕ ਆਫ ਇੰਡੀਆ ਦਾ ਅਕਾਊਂਟ ਹੈ। ਉਹਦੇ ਵਿੱਚ ਹੀ ਤੁਸੀਂ ਬਾਹਰੋਂ ਪੈਸਾ ਭੇਜ ਸਕਦੇ ਹੋ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਇੱਥੇ ਵੀ ਜਿੱਥੇ ਬਾਬਾ ਜੀ ਦੇ ਸੇਵਾਦਾਰ ਟੋਕਰੀ ਲੈ ਕੇ ਬੈਠੇ ਨੇ, ਉਹਦੇ ਉਲਟੇ ਹੱਥ ਬਕਾਇਦਾ ਡੈਕਸ ਬਣਿਆ ਹੈ ਐਜੂਕੇਸ਼ਨ ਦਾ, ਇੱਥੇ ਵੀ ਆਪ ਜੀ ਹੱਥੀਂ ਸੇਵਾ ਪਾ ਸਕਦੇ ਹੋ, ਰਸੀਦ ਕਟਵਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ, ਜਿਉਂ ਬੋਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਕਹਾਂ ਬੁੱਧ
प्रभ तुच्छ हमारी, बर न सकै महिमा जो तिहारी। हम न सकत कर सिफत तुम्हारी, आप ले हो तुम कथा सुधारी। आप ले हो तुम कथा सुधारी। गुर सिंघासन ते सुशोभित सुभाईमान छतर चौबर तख्त दे मालिक सतगुरु धन श्री गुरु ग्रंथ साहिब जी महाराज जी दे पावन चरण कबलों विच इस समय गुरुद्वारा श्री बंगला साहिब जी दे महान इतिहासक अस्थान तो आप जी ने बाणी दे अमृत रस भिनड़े बोल कीर्तन रूप में श्रवण करदियां उपरंत लड़ीवार पावन गुरु तेग बहादुर महाराज जी दे दो सलोक सिंह साहिब गुरु घर दे मुख ग्रंथी साहिब भाई रणजीत सिंह साहिब जी पासों श्रवण करदे अपना आपा सतसंगत नाल जोड़े, अपना आपा गुर शब्द की सांझ विच साहिब की असीस लैंदियां जुड़ बैठना कीता है। आओ साहिब की बख्शिश प्राप्त करिए। मिल के सारे बड़े चाव विच बड़े भाव विच बड़े उत्साह विच साहिब की बख्शिश की फतेह नाल अपनी रसना ते हिरदा जोड़ो ते आखो जी वाहिगुरु जी का खालसा वाहिगुरु जी की फतेह। ये लड़ीवार पावन उपदेश गुरु ग्रंथ साहिब महाराज जी दे सलोक महला नावां दे सरलेख हेठ 1427 अंग ते सुभाईमान ने अते अज दे 27 अते 28 सलोकां दी विचार साहिब दी रहमत नाल असां सांझी करन दा हिया करना है। आओ साहिब दी बख्शिश किरपालता बन आवे, शब्द दे घर विच जान लई सुरत दी सावधानी बने। उस शब्द नूं अंदर समझण दे लई बड़ी एकाग्रता विच ते शब्द नाल जीवन बतीत करन लई बड़ी श्रद्धा भावना विच अपना आपा टिकाइए। मालिक रहमत करन इस शब्द दी विचार करन दा बल ते बुद्ध बख्शिश करन जी। आओ शब्द विचार आरंभ तो पहला एक बारी अपने भले लई ते सरबत दे भले लई सारे आखो सतनाम वाहे गुरु वाहे गुरु वाहे गुरु। जो सुख को चाहे सदा शरण राम की ले है। अगर तू सदीवी सुख चाहता है उस रमे होए राम प्रभु वाहिगुरु जी दी शरणागत हो जा, उस दी गोद विच बैठ जा, उस अगे अपना आपा समर्पित कर दे। वो मालक सदीवी सुख तेरी झोली विच पावणगे। रब दे घर विच आनंद है, वो सत चिद आनंद स्वरूप है। उस कोल दुख नहीं, बड़ी बख्शिश ते रहमत है। सूरज कोल प्रकाश है, अंधेरा नहीं। भावें कितना यतन कोई अंधेरे दा बहुत लंबे समय तो किसी खड्ड विच किसी पुराने खंडर विच वो अंधेरा भावें सदियां तो होवे, पर मैं बेनती करा सूरज दे अगे उस अंधेरे दी पेश नहीं जाती। जिमें सूरज होवे अंधेरा नहीं आ सकता। जिथे सत चिद आनंद परमात्मा का सिमरन अनुभव एक मिगता ते शरणागत होने की अवस्था बन जाए, हजूर कहते ने उथे दुख नहीं आता। जू
अगर चाहता है जो सुख को चाहे सदा, अगर तू चाहता है भी मैनू वो सुख मिले जो सदा सुख रहे, मैं बेनती करांगा कुछ सुख ने, जिवें भोजन खान का स्वाद आया, बड़ा सुख महसूस किया, सोने बिस्तरे ते सौन का कुछ रस आया, सुख महसूस किया। कुछ सुख ने जो दुनिया चों मिलते ने, पर मैं बेनती करा वो अल्प सुख ने, वो थोड़ी देर दे सुख ने। इस करके साहब एक गल समझाते ने, होछो काज अल्प सुख बंधन, कोट जन्म कहाँ दुख पाओ, सिक्ख्या संत नाम भज नानक, राम रंग आत्म स्यों रहो। ऐ भलिया उस होछे काम नाल, उस घटिया काम नाल घटिया सुख मिलेगा। वो तेरा सुख थोड़ी देर लई होवेगा, कुछ मिनटां लई, कुछ घंटियां लई होवेगा। तू शायद यतन अज तक सुख दे कीते ने, मैं बेनती करा कोई ऐसा यतन नहीं किया कि मैनू दुख मिले, पर हकीकत ये है सुख को मांगे सब को, दुख ना मांगे कोई, सुख है को दुख अगला, मनमुख बूझ ना होए। मंगे सुख सी, पर मैं बेनती करा वो आए सुख थोड़ी देर लई ते दुख बहुत लंबे समय लई झोली विच पा गए। कई बार संसार विच वो कुछ किया जिस नाल शायद लोग चाहते होण कि मेरी शादी हो जाए, मैं बेनती करा मेरे घर औलाद हो जाए, मेरे कोल धन संपदा हो जाए। साहब कहते ने तू जो जो भी किया वो तेरे जीवन विच चिंता का कारण बने। कारण ये सी चिंता मन गुर छड्ड के, चिंता मन चिंता ना गवाए। ऐ भलिया गुरु सी वो चिंता मनी, काम तेन पार जात रुख की तरह उन्हें तेनू दिता सी नाम, जिस विचों सदीवी सुख मिलना सी। पर तू जो वाहिगुरु दा नाम तू कुछ भी सोचदा वो पूरा हो जाना सी। जो मंगै ठाकर अपने ते सोई सोई देवै दा वो मार्ग तैनू गुरु दर्शाया, पर तू कीता कि गुरु छड़ दिता। ते साहब एक गल समझाते ने, भलिया उस मालिक नू छड़ के संसार विच भटक जाएगा, अगर उसकी शरण विच आ जाए तो सारे सुख झोली विच पा लेवेगा। इस करके अल्प सुख वाल ना दौड़, सुख ना ही बहुत है धन खाटे, सुख ना ही पेखे निरत नाटे, सुख ना ही बहु देश कमाए, सर्व सुखा हर हर गुण गाए। ऐ भलिया बहुता धन खटिया सुख नहीं मिलता, चूँकि जिस ग्रह बहुत तिसै ग्रह चिंता, जिस ग्रह थोड़ी सो फिरै परमंता, दोहों व्यवस्था ते जो मुक्ता सोई सुहिला पाली है। वो दोहां व्यवस्था तो मुक्ता कौन? भला बहुता धन के थोड़ा धन ते दोनों कह देते, ये तेरे जीवन नू अशांत करनगे। मैं बेनती करा जिन्ना क करते दी रहमत नाल कर्म अनुसार मिल जाए उस विच तृप्त रहना। साहब एक गल कहते ने, सो सुख मोको संत बतावो, तृष्णा बूझै मन तृप्तावो। ऐ मेरे साहब जीओ कृपा करो, मैनू वो सुख दसो जिस नाल मेरी तृष्णा बुझ जाए। मैं बेनती करा अगर तृष्णा नहीं, अगर अंदर लालसा नहीं, मन शांत हो गया, ये सब तो वड्डा सुख है। अगर दिन रात संसार वाल दौड़ भज बनी रही तो जो प्राप्त किया उसने तेरे अंदर होर दुख पैदा कर देते। मैं एक बेनती करांगा, दुख मांगे सुख मांगे दुख आगे आवे, सो सुख हमों ना मांगिया भावै। बिखिया अजहों सुरत सुख आसा, कैसे होई है राजा राम निवासा। जाना तो शरण राम दी सी, पर साहब कहते ने तेरे अंदर दी सुरत अज तक विषय वकारां विच इतनी ग्रस्त है, दिन रात खा लईए
ਪਹਿਨ ਲਈਏ, ਐਸ਼ੋ ਇਸ਼ਰਤ ਕਰ ਲਈਏ, ਦੁਨੀਆ ਵੱਲ ਹੋਰ ਦੌੜ ਲਈਏ, ਆਪਣਾ ਮਾਣ ਸਨਮਾਨ ਵਧਾ ਲਈਏ। ਉਹ ਤੂੰ ਦਿਨ ਰਾਤ ਜੋ ਵਿਸ਼ੇ ਵਿਕਾਰਾਂ ਅਤੇ ਮਾਇਆਵੀ ਪ੍ਰਭਾਵ ਵੱਲ ਅੱਜ ਤੱਕ ਆਸਾ ਲਗਾਈ ਬੈਠੇ ਹੈ, ਹਜ਼ੂਰ ਕਹਿੰਦੇ ਨੇ ਤੇਰੇ ਅੰਦਰ ਉਹ ਵਾਹਿਗੁਰੂ ਦਾ ਸੁੱਖ ਕਿਵੇਂ ਸਮੋਏਗਾ। ਵਿਖਿਆ ਅਜਹੋਂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ, ਸੋ ਸੁਖ ਹਮਹੋ ਸਾਚ ਕਰ ਜਾਨਾ। ਵੱਡੇ ਵੱਡੇ ਜਿਹੜੇ ਸੂਝਵਾਨ ਦੇਵਤੇ ਸਨ ਉਹ ਵੀ ਡਰੇ ਵੀ ਦੁਨੀਆ ਦੇ ਸੁੱਖ ਵਿੱਚ ਅਗਰ ਗਲਤਾਨ ਹੋ ਗਏ, ਪਹਿਲੀ ਗੱਲ ਆਤਮਿਕ ਸੁੱਖ ਦੀ ਚਾਹਨਾ ਮੁੱਕ ਜਾਏਗੀ। ਅਗਰ ਦੁਨੀਆ ਦੇ ਸੁੱਖ ਵਿੱਚ ਮਸਤ ਹੋ ਗਏ, ਆਪਣੇ ਧਰਮ ਦੀ ਜ਼ਿੰਦਗੀ ਦੀ ਸੋਚਣੀ ਬੰਦ ਹੋ ਜਾਏਗੀ। ਔਰ ਹਕੀਕਤ ਇਹ ਸੀ ਵੀ ਕੁਝ ਲੋਕ ਉਹ ਸਨ ਜਿਨ੍ਹਾਂ ਕੋਲ ਬਹੁਤ ਦੁੱਖ ਆਏ ਤੇ ਰੱਬ ਭੁੱਲ ਗਿਆ। ਕੁਝ ਲੋਕ ਉਹ ਸਨ ਜਿਨ੍ਹਾਂ ਕੋਲ ਬਹੁਤ ਸੁੱਖ ਆਏ, ਉਹਨਾਂ ਨੂੰ ਰੱਬ ਭੁੱਲ ਗਿਆ। ਮੇਰੇ ਸਾਹਿਬ ਇੱਕ ਪ੍ਰਮਾਣ ਗੌੜੀ ਭਗਤ ਕਬੀਰ ਜੀ ਦੀ ਬਾਣੀ ਰਾਹੀਂ ਕਹਿੰਦੇ ਨੇ, ਰਾਮ ਜਪੋਂ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮੈਂ ਬੇਨਤੀ ਕਰਾਂਗਾ ਇੱਥੇ ਥੋੜ੍ਹਾ ਗਹਿਰਾ ਉਤਰਿਓ। ਉਹ ਧਰੂ ਤੇ ਪ੍ਰਹਿਲਾਦ ਨੇ ਜਿਵੇਂ ਜਪਿਆ, ਹਕੀਕਤ ਇਹ ਹੈ ਇੱਕ ਪਾਸੇ ਪ੍ਰਹਿਲਾਦ ਜਿਸ ਨੂੰ ਬਾਪ ਵੱਡੇ ਤੋਂ ਵੱਡੇ ਦੁੱਖ ਦਿੰਦਾ, ਪਰ ਉਸ ਅੰਦਰ ਆਪਣੇ ਪ੍ਰਭੂ ਰਾਮ ਪਰਮੇਸ਼ਰ ਜੀ ਦਾ ਇਤਨਾ ਅੰਦਰ ਭਾਵ ਹੈ। ਉਹ ਕਹਿੰਦਾ ਮੋਕੋ ਭਾਵੇਂ ਮਾਰ ਦੇ, ਭਾਵੇਂ ਮੈਨੂੰ ਅੱਗ ਵਿੱਚ ਪਾ ਕੇ ਸਾੜ ਦੇ, ਪਰ ਮੈਂ ਆਪਣੇ ਪ੍ਰਭੂ ਪਰਮੇਸ਼ਵਰ ਦੀ ਬੰਦਗੀ ਨਹੀਂ ਛੱਡਣੀ। ਧਿਆਨ 'ਚ ਰੱਖ ਲੈਣਾ, ਮੋਕੋ ਕਾਲ ਜਾਰ ਭਾਵੇਂ ਮਾਰ ਡਾਰ, ਇੱਕ ਰਾਮ ਨਾ ਛੋਡੋ ਗੁਰੈਗਾਰ। ਮੋਕੋ ਕਾਲ ਜਾਰ ਭਾਵੇਂ ਮਾਰ ਡਾਰ। ਵੱਡੇ ਤੋਂ ਵੱਡੇ ਦੁੱਖ ਮਿਲ ਰਹੇ ਨੇ, ਇੱਥੋਂ ਤੱਕ ਕਿ ਮੌਤ ਦੇ ਮੂੰਹ ਵਿੱਚ ਪਾਇਆ ਜਾ ਰਿਹਾ ਹੈ, ਪਰ ਉਹ ਕਹਿੰਦਾ ਮੈਂ ਪ੍ਰਭੂ ਦਾ ਸਿਮਰਨ ਨਹੀਂ ਛੱਡਣਾ। ਇੱਥੋਂ ਪ੍ਰਹਿਲਾਦ ਤੋਂ ਪ੍ਰੇਰਨਾ ਲਿਓ, ਵੱਡੇ ਤੋਂ ਵੱਡੇ ਦੁੱਖ ਮਿਲਦੇ ਹੋਣ ਪਰ ਉਸ ਪ੍ਰਭੂ ਦਾ ਸਿਮਰਨ ਤੇ ਸ਼ਰਨਾਗਤ ਹੋਣਾ ਛੱਡਣਾ ਨਹੀਂ। ਦੂਸਰੇ ਪਾਸੇ ਪ੍ਰਹਿਲਾਦ ਦੇ ਨਾਲ ਨਾਲ ਧਰੂ ਦੀ ਗੱਲ ਇੱਥੇ ਭਗਤ ਕਬੀਰ ਜੀ ਨੇ ਪ੍ਰਮਾਣ 'ਚ ਵਰਤੀ ਹੈ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਧਰੂ ਹੈ ਜੋ ਕਦੀ ਬਾਪ ਦੀ ਗੋਦ ਵਿੱਚ ਬੈਠਣ ਲੱਗਦਾ। ਮਤਰੇਈ ਮਾਂ ਸੁਰੁਚੀ ਉਹ ਖਿੱਚ ਕੇ ਗੋਦ 'ਚੋਂ ਆਪਣੇ ਪਤੀ ਉਤਾਨਪਾਦ ਰਾਜੇ ਦੀ ਗੋਦ 'ਚੋਂ ਬਾਹਰ ਕਰ ਦਿੰਦੀ ਹੈ ਤੇ ਸਕੀ ਭੈਣ ਸੀ ਤੇ ਸਕਾ ਭਣੇਵਾਂ ਸੁਰੁਚੀ ਦਾ ਪੁੱਤਰ ਹੈ, ਪਰ ਉਸ ਨੂੰ ਇਹ ਅੰਦਰ ਈਰਖਾ ਨੇ ਸਾੜਿਆ ਤੇ ਕਹਿੰਦੀ ਹੈ ਜੇ ਬਾਪ ਦੀ ਗੋਦ ਵਿੱਚ ਬੈਠਣਾ ਸੀ ਤੇ ਮੇਰੇ ਪੇਟੋਂ ਜਨਮ ਲੈਂਦਾ। ਚੱਲ ਹੁਣ ਰੋਂਦਾ ਡਿੱਟੋ ਲਿਖਾ ਹੁੰਦਾ। ਮੈਂ ਬੇਨਤੀ ਕਰਾਂ, ਮਾਂ ਕੋਲ ਜਾਂਦਾ ਪੁੱਛਦਾ ਤੇ ਮਾਂ ਕਹਿੰਦੀ ਹੈ ਵੀ ਜੇ ਤੂੰ ਬਾਪ ਦਾ ਸੁੱਖ ਲੈਣਾ ਤੇ ਤੂੰ ਭਗਤੀ ਕਰ, ਤੇਰੇ ਕਰਮਾਂ ਵਿੱਚ ਤੇ ਮੇਰੇ ਕਰਮਾਂ ਵਿੱਚ ਪੂਰਵ ਜਨਮ ਦੀ ਭਗਤੀ ਨਹੀਂ ਹੈ। ਇਹ ਭਗਤੀ ਕਰਨ ਚਲਾ ਜਾਂਦਾ। ਮੈਂ ਸੰਖੇਪ ਵਿੱਚ ਅਰਜ਼ ਕਰਨ ਲੱਗਾ, ਅੱਗੋਂ ਨਾਰਦ ਮਿਲਦਾ, ਉਹ ਇਸ ਨੂੰ ਸਮਝਾਉਂਦਾ, ਇਸ ਨੂੰ ਖੈਰ ਉਹ ਪਰਮੇਸ਼ਵਰ ਦੇ ਨਾਮ ਸਿਮਰਨ ਦੀ ਹੋਰ ਪ੍ਰੇਰਨਾ ਦੇ ਕੇ ਜੰਗਲ ਵੱਲ ਤੋਰ ਵੀ ਦਿੰਦਾ। ਇੱਧਰੋਂ ਆ ਕੇ ਰਾਜੇ ਉਤਾਨਪਾਦ ਨੂੰ ਕਹਿੰਦਾ ਇੱਕੋ ਇੱਕ ਤੇ ਤੇਰਾ ਪੁੱਤਰ ਹੈ, ਉਸ ਨਾਲ ਇਹੋ ਜਿਹਾ ਸਲੂਕ ਕੀਤਾ ਹੈ, ਉਹ ਜੰਗਲ ਨੂੰ ਚਲਾ ਗਿਆ, ਇਹ ਦੱਸ ਰਾਜ ਭਾਗ ਕਿਸ ਨੂੰ ਸੰਭਾਲੇਗਾ। ਉਸ ਸਮੇਂ ਰਾਜਾ ਉਤਾਨਪਾਦ ਹੁਣ ਮਗਰ ਜਾਂਦਾ ਧਰੂ ਦੇ, ਉਸ ਨੂੰ ਕਹਿੰਦਾ ਤੂੰ ਆ ਜੰਗਲ ਵਿੱਚ ਬੈਠ ਕੇ ਭਗਤੀ ਨਾ ਕਰ, ਆ ਮੇਰੀ ਗੋਦ ਵਿੱਚ ਬੈਠਣ ਦੀ ਗੱਲ ਕੀ ਕਰਦਾ, ਮੈਂ ਤੈਨੂੰ ਅੱਜ ਹੀ ਅੱਧਾ ਰਾਜ ਦਿੰਦਾ। ਮੈਂ ਬੇਨਤੀ ਕਰਾਂ, ਉਸ ਸਮੇਂ ਧਰੂ ਨੇ ਕਿਹਾ ਵੀ ਐ ਪਿਤਾ ਅਜੇ ਮੈਂ ਭਗਤੀ ਕਰਨ ਦੇ ਕਦਮ ਉਠਾਏ ਨੇ, ਅੱਧਾ ਰਾਜ ਮਿਲਦਾ, ਜੇ ਕਿਤੇ ਭਗਤੀ ਕਰ ਲਵਾਂਗਾ ਤੇ ਪਤਾ ਨਹੀਂ ਕੀ ਮੈਨੂੰ ਮਿਲ ਜਾਏਗਾ। ਇਹ ਸੱਚ ਸੀ, ਉਸ ਨੂੰ ਰਾਜ ਦਾ ਇਤਨਾ ਵੱਡਾ ਸੁੱਖ ਮਿਲਦਾ, ਪਰ ਪ੍ਰਭੂ ਦੀ ਭਗਤੀ ਤੇ ਪਰਮੇਸ਼ਵਰ ਦੀ ਸ਼ਰਨਾਗਤ ਹੋਣ ਤੋਂ ਕਦਮ ਪਿੱਛੇ ਨਹੀਂ ਉਠਾਉਂਦਾ। ਇਸ ਕਰਕੇ ਸਾਹਿਬ ਸਮਝਾਉਂਦੇ ਨੇ, ਭਲਿਆ ਵੱਡੇ ਤੋਂ ਵੱਡੇ ਦੁੱਖਾਂ 'ਚੋਂ ਗੁਜ਼ਰਨਾ ਪਏ ਪਰ ਪ੍ਰਭੂ ਦੀ ਸ਼ਰਨ ਹੋਣ ਤੋਂ ਗੁਰੇਜ਼ ਨਾ ਕਰੀ। ਵੱਡੇ ਤੋਂ ਵੱਡੇ ਸੁੱਖਾਂ ਨੂੰ ਭੋਗਦਾ ਹੋਵੇ ਪਰ ਉਸ ਪ੍ਰਭੂ ਦਾ ਸਿਮਰਨ
ਅੰਮ੍ਰਿਤ ਵੇਲੇ ਦਾ ਜਾਗਣਾ, ਬਾਣੀ ਦਾ ਨਿਤਨੇਮ, ਵਾਹਿਗੁਰੂ ਸਿਮਰਨ ਦਾ ਅਭਿਆਸ, ਅੰਦਰ ਦੀ ਸੁਰਤ ਵਿੱਚ ਉਸ ਕਰਤੇ ਦਾ ਆਰਾਧਨ ਅਜਪਾ ਜਾਪ ਰੂਪ ਵਿੱਚ, ਉਸ ਕਰਤੇ ਦੇ ਦਰ ਘਰ ਦੀ ਸੇਵਾ ਵਿੱਚ ਕਦਮ ਉਹ ਤੇਰੇ ਉੱਠਦੇ ਰਹਿਣ ਤੇ ਸਮਝ ਲਈ ਤੂੰ ਪ੍ਰਭੂ ਦੀ ਸ਼ਰਨਾਗਤ ਹੋ ਕੇ ਸਦੀਵੀ ਸੁੱਖ ਹਾਸਲ ਕਰਦਾ ਰਹੇਗਾ। ਜਰਾ ਇਤਿਹਾਸ ਦਾ ਇੱਕ ਪੰਨਾ ਧਿਆਨ 'ਚ ਲਿਓ। ਭਾਈ ਭਗੀਰਥ ਤੋਂ ਭਾਈ ਮਨਸੁਖ ਸੁਣਦੇ ਨੇ ਇਸ ਧਰਤੀ ਤੇ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਮਾਲਕ, ਉਹ ਜ਼ਿੰਦਗੀ ਦੇ ਲੋਕ ਤੇ ਪਰਲੋਕ ਸਵਾਰਨ ਦੇ ਮਹਾਨ ਰਹਿਮਤ ਭਰੇ ਹੱਥ ਰੱਖਣ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ। ਕਦੀ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਤੇ ਵੇਖ। ਹੁਣ ਭਾਈ ਮਨਸੁਖ ਸੌਦਾਗਰ ਸੀ। ਇਹ ਸਮੁੰਦਰੀ ਬੇੜਿਆਂ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਮਾਲ ਲੈ ਜਾਂਦੇ ਤੇ ਉਧਰੋਂ ਲਿਆ ਕੇ ਇਸ ਦੇਸ਼ ਵਿੱਚ ਵੇਚਦੇ। ਇਹ ਇਹਨਾਂ ਦਾ ਕੰਮ ਸੀ। ਹੁਣ ਕਹਿਣ ਲੱਗੇ ਮੈਂ ਹਾਂ ਵਪਾਰੀ, ਤੇ ਵਪਾਰੀ ਦਾ ਕੰਮ ਹੈ ਜਿਸ ਨਾਲ ਕੋਈ ਸਾਂਝ ਪਾਉਣੀ, ਉਸ ਨੂੰ ਪਰਖਣਾ, ਜਿਹੜਾ ਸੌਦਾ ਲੈਣਾ ਉਸ ਨੂੰ ਪਹਿਲਾਂ ਪਰਖਣਾ। ਹਜ਼ੂਰ ਦਾ ਫਰਮਾਨ ਹੈ ਨਾ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਪਾਰ। ਕਹਿਣ ਲੱਗਾ ਮੈਂ ਜਾਵਾਂਗਾ, ਜੇ ਤੇ ਉਹ ਪਰਮੇਸ਼ਰ ਰੂਪ ਨੇ, ਉਹ ਅੰਤਰਜਾਮੀ ਨੇ, ਤੇ ਮੈਨੂੰ ਦੂਰੋਂ ਮੇਰਾ ਨਾਂ ਲੈ ਕੇ ਬੁਲਾਣਗੇ ਤੇ ਸਮਝ ਲਵਾਂਗਾ ਵੀ ਸੱਚਮੁੱਚ ਉਹ ਪਰਮੇਸ਼ਰ ਰੂਪ ਨੇ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੀ ਸ਼ਰਨ ਵਿੱਚ ਜਦੋਂ ਆਏ, ਕੁਝ ਸੰਗਤਾਂ ਅੱਗੇ ਮਸਤਕ ਝੁਕਾ ਰਹੀਆਂ ਨੇ, ਇਹ ਪਿੱਛੇ ਖਲੋਤੇ ਨੇ ਤੇ ਮੇਰੇ ਸਾਹਿਬ ਨੇ ਆਵਾਜ਼ ਦਿੱਤੀ, ਭਾਈ ਮਨਸੁਖ ਪਿੱਛੇ ਕੀ ਖਲੋਤਾ, ਅੱਗੇ ਆ ਜਾ। ਮੈਂ ਬੇਨਤੀ ਕਰਾਂ, ਅੱਖਾਂ 'ਚੋਂ ਆਂਸੂ ਬਹਿ ਤੁਰੇ। ਜਾ ਚਰਨਾਂ ਤੇ ਮਸਤਕ ਝੁਕਾਇਆ, ਨਮਸਕਾਰ ਕੀਤੀ ਤੇ ਮੇਰੇ ਸਾਹਿਬ ਨੇ ਪਹਿਲਾਂ ਹੀ ਸਵਾਲ ਕੀਤਾ ਸੀ, ਨਾਂ ਰਖਾਇਆ ਹੈ ਮਨਸੁਖ, ਮੈਨੂੰ ਸੱਚ ਕਰਕੇ ਦੱਸ ਕਿ ਤੇਰੇ ਕੋਲ ਮਨ ਦਾ ਸੁੱਖ ਹੈ ਕਿ ਨਹੀਂ ਹੈ। ਹੁਣ ਹੱਥ ਜੁੜ ਗਏ ਸੀ। ਪਾਤਸ਼ਾਹੋ, ਸੁੱਖ ਤੇ ਬਹੁਤ ਨੇ, ਪਰ ਜਿੰਨੇ ਸੁੱਖ ਇਕੱਠੇ ਕੀਤੇ ਨੇ ਉਹ ਤਨ ਦੇ ਸੁੱਖ ਨੇ। ਪਰ ਜਦੋਂ ਮਨ ਨੂੰ ਕੋਈ ਦੁੱਖ ਆ ਜਾਂਦਾ, ਉਹ ਤਨ ਦੇ ਸੁੱਖ ਮਨ ਦੇ ਦੁੱਖ ਨੂੰ ਦੂਰ ਨਹੀਂ ਕਰ ਸਕਦੇ। ਸ਼ਰਨ ਵਿੱਚ ਆਇਆ, ਕਿਰਪਾ ਕਰ ਦਿਓ, ਇਹ ਮਨ ਦੇ ਸੁੱਖ ਦੀ ਜਾਂਚ ਸਿਖਾ ਦਿਓ, ਮਨ ਦਾ ਸੁੱਖ ਝੋਲੀ ਵਿੱਚ ਪਾ ਦਿਓ। ਤੇ ਮੇਰੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ, ਭਾਈ ਮਨਸੁਖ, ਦੁਨੀਆ ਇਕੱਠਿਆਂ ਕੀਤਿਆਂ ਅਲਪ ਸੁੱਖ ਮਿਲਦੇ ਨੇ ਤੇ ਉਹਨਾਂ 'ਚੋਂ ਦੁੱਖ ਨਿਕਲਦੇ ਨੇ। ਜੇ ਅੰਦਰ ਦੀ ਸੁਰਤ ਵਿੱਚ ਦੁਨੀਆ ਦੇ ਮਾਲਕ ਨੂੰ ਬਿਠਾ ਲਈਏ ਤੇ ਸਾਰੇ ਦੁੱਖਾਂ ਨੂੰ ਉਹ ਦੂਰ ਕਰ ਦਿੰਦੇ ਨੇ। ਸਾਹਿਬ ਦੀ ਰਹਿਮਤ ਨਾਲ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ, ਸੁਰਤ ਵਿੱਚ ਨਾਮ ਵਸਾ ਲਿਆ। ਇਹ ਸੱਚ ਸੀ, ਭਾਂਡਾ ਬਣਿਆ ਹੋਵੇ ਤੇ ਆਉਂਦਿਆਂ ਸਾਰ ਵਸਤ ਸੰਭਾਲੀ ਜਾਂਦੀ ਏ, ਤੇ ਜੇ ਭਾਂਡਾ ਬਣਿਆ ਨਹੀਂ ਤੇ ਕਹਿ ਲਈਏ ਬਹੁਤ ਵਾਰ ਸੁਣਨ ਦੇ ਬਾਵਜੂਦ ਵੀ ਕਦਮ ਉੱਠਦੇ ਨਹੀਂ। ਇਸ ਕਰਕੇ ਰਾਗ ਸੂਹੀ ਮਹੱਲਾ ਪਹਿਲਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿਣ ਲੱਗੇ, ਭਲਿਆ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, दूध कर्म फुन सुरत सुमायन होए, निराश जमावो, जप हो ता एको नामा, अवर निराफल कामा। भलिया जप, एक नाम जप, ये जान भी उस वाहिगुरु दे सिमरन ते समर्पित होया जिंदगी दे सारे सुख झोली विच पैंदे ने। ये भी हकीकत है। ਉਹੀ ਭਾਈ ਮਨਸੁਖ ਜਦੋਂ ਰਾਜੇ ਸ਼ਿਵਨਾਭ ਦੇ ਰਾਜ ਵਿੱਚ ਪਹੁੰਚੇ ਸਨ, ਉਸ ਦਿਨ ਇਕਾਦਸ਼ੀ ਦਾ ਦਿਨ ਸੀ। ਇਹਨਾਂ ਨੇ ਅੱਗ ਬਾਲੀ, ਭੋਜਨ ਤਿਆਰ ਕੀਤਾ। ਆਪ ਛਕਣ ਤੋਂ ਪਹਿਲਾਂ ਗੁਰੂ ਨਾਨਕ ਦੇ ਆਦੇਸ਼ ਮੁਤਾਬਕ ਕਿਸੇ ਹੋਰ ਨੂੰ ਛਕਾ ਕੇ ਛਕਣਾ ਦੀ ਇੰਤਜ਼ਾਰ ਵਿੱਚ ਇੱਕ ਭੁੱਖੇ ਬੰਦੇ ਨੂੰ ਆਵਾਜ਼ ਮਾਰ ਕੇ 2 ਰੋਟੀਆਂ ਉਸ ਦੇ ਅੱਗੇ ਰੱਖੀਆਂ। ਆਪ ਜੇ ਖਾਣ ਲੱਗੇ ਸਨ ਕਿ ਗਸ਼ਤ ਕਰਦੇ ਰਾਜੇ ਦੇ ਸਿਪਾਹੀਆਂ ਨੇ ਆਪ ਪਕੜਿਆ ਵੀ ਇਹ ਕੀ ਤੂੰ ਕਾਨੂੰਨ ਦੀ ਉਲੰਘਣਾ ਪਿਆ ਕਰਦਾ। ਅੱਜ ਦੇ ਦਿਨ ਰਾਜੇ ਦਾ ਕਾਨੂੰਨ ਹੈ, ਇਕਾਦਸ਼ੀ ਦਾ ਵਰਤ ਹਰ ਕੋਈ ਰੱਖੇਗਾ, ਕੋਈ ਘਰ ਵਿੱਚ ਅੱਗ ਨਹੀਂ ਬਾਲੇਗਾ। ਤੂੰ ਅੱਗ ਵੀ ਬਾਲੀ, ਰੋਟੀ ਵੀ ਬਣਾਈ, ਕਿਸੇ ਨੂੰ ਵੀ ਖਵਾਈ ਤੇ ਆਪ ਦੀ ਖਾਣ ਦੀ ਤਿਆਰੀ ਵਿੱਚ ਬੈਠਾ। ਪਕੜਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਸ਼ਿਵਨਾਭ ਨੇ ਪੁੱਛਿਆ ਹੀ ਸੀ ਵੀ ਕਿਉਂ ਅੱਗ ਬਾਲੀ ਹੈ। ਮੈਂ ਬੇਨਤੀ ਕਰਾਂ, ਜੇ ਤੇ ਕਹਿ ਦਿੰਦੇ ਬਚਣਾ ਹੁੰਦਾ, ਮੈਂ ਬੇਨਤੀ ਕਰਾਂ ਸੱਚ ਦੀ ਗੱਲ ਨੂੰ ਛੁਪਾ ਕੇ ਆਪਣੇ ਬਚਾਓ ਲਈ ਗੱਲ ਕਰਨੀ ਹੁੰਦੀ ਤੇ ਬਚ ਸਕਦੇ ਸੀ, ਕਹਿ ਸਕਦੇ ਸੀ ਮੈਨੂੰ ਤੁਹਾਡੇ ਕਾਨੂੰਨ ਦਾ ਨਹੀਂ ਪਤਾ, ਮੈਂ ਪਹਿਲੀ ਵਾਰ ਆਇਆ,
पर नहीं ये नहीं आखिया। कहन लगे की कहंदे हो राजा साहब? कहंदे अज एकादशी का व्रत ते तैनू पता नहीं, अज दे दिन अग नहीं सी बालनी। ये कहन लगे मैं गुरु नानक दा सिख हाँ, उन्हां दा ते फरमान है एकादशी एक दिश धावै तो जोनी संकट बहुर ना आवे। इस सुरत नूं एक करतार वाल लै जाना ते दुनिया दे औगण विकारां वल्लों मन दा वर्त रख लेना। असली वर्त ते ये है। मैं बेनती करा राजे नूं गुस्सा चढ़िया, तू मैनू ज्ञान समझांदा, मेरे कानून की उलंघना भी की, अगों बहस पिया करदा, चल इसनूं कैद विच बंद कर दिओ, जेल विच बंद कर दिता। हुण मैं बेनती करा किथे एडा वड्डा सुदागर होवे, शानो शौकत विच जीन वाला होवे, किथे जेल विच बंद कर दिता जाए। गर्मी दे दिन ने, मच्छर कट कट के खांदा है, पेट भुखा है, सौण वास्ते कोई बिस्तरा नहीं है। पर सच ऐसी गुरु नानक दी शरण ते प्रभु दे सिमरन वाला जीवन भाई मन सुख दा, उथे बैठा भी बड़ी मस्ती विच। मैं बेनती करा बस इक्को ही तुहानू अंदर पई चलदी है, वाहेगुरु 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 वाहेगुरु। इतनी मिठी मिठी आवाज़ मैं बेनती कर दिया अंदरों धर के सिमरन दे लई प्रेम भरिया होवे ते नाम दे लई अंदर दी हिरदे दी इतनी शरधा बनी होवे ते उस समय जो बोल निकलते ने वो बड़े रस भिंडड़े बोल निकलते ने। रात का समय वो उची उची वाहिगुरु शब्द गा रहे है, वो राजे दे कन्ना विच आवाज़ पई। हुण बहुत देर हो चुकी है, रात समा बहुत ज़्यादा हो चुका है रात का। राजे पूछया है किधरों आवाज़ आ रही है? जिस आवाज़ ने मैनू बड़ी शांति दी है उस आख्या जी जेड़ा वो कैदी भाई मनसुख जेल विच बंद किया है वो कुछ गा रहा है। राजा शिवनाभ उठिया, भाई मनसुख दे कोल चला गया, कहन लगा मैनू एक गल दस, मैं रोटी रज के खाधी है, मेरे कोल पखा झलन वाले नौकर चाकर खलोते ने, मैं सोहने बिस्तरे ते पिया पर मैनू चैन नहीं आ रहा, मैनू आराम नहीं आ रहा। पर तू पेटों भुखा है, मच्छर कट कट खांदा है, गर्मी दे विच तैनू जेल विच बंद किया गया है, तू बड़ा खुश है, बड़ा खुशी विच ये मिठे मिठे बोल पिया बोलदा है, कारण की है? उस समय भाई मनसुख ने उही गल आखी सी जो गुरु नानक पातशाह जी ने पहले दिन कही सी। कहन लगे तेरे कोल राजन जिन्ने सुख ने वो तन दे सुख ने, मेरे कोल जो सुख है मेरे गुरु नानक दे घरों मन का सुख मैनू मिले। सर्व सुखां का दाता सतगुर ताकि शरणी पाई है, दर्शन भेटत होत आनंदा, दुख गया हर गाइया। ये गुरु का वो दर है जिथे आया गम भुल जाते, चिंता अंदरों मुक जाती, सोच अंदरों चली जाती, किसी तरह के फिक्र विच नहीं रहंदे। मैं बेनती करा अज भी इस वक्त आप शब्द नाल जुड़ बैठे हो, भावें कोई पिछोकड़ जीवन का सोच चिंता गम का भाव अंदर तसिया भी होवेगा, पर इस वक्त शब्द की बरकत नाल सब कुछ अंदरों खामोश है। ते जिन्हां कोल सचमुच नाम की बरकत अंदर वस जाती है उन्हां दे सोच चिंता ते गम सदा लई दूर हो जाते ने। उस समय राजे शिवनाभ नूं कहा, ऐ राजन मेरे कोल मन का सुख है, तन दे भावें सारे दुख आ जान पर मन का सुख तन दे दुखां नूं अंदर प्रवेश इंज नहीं करन दिंदा। जिवें बहुत मीह पै रहा होवे ते कोई छाता लैके चल रहा होवे, उस मीह का असर छाता बचाई रखदा है। वो नाम सिमरत की बरकत है कि छाया प्रभ छतरपत कीनी, सगली तपत विनाशी राम, दुख पाप का डेरा ढाठा, कारज आया रासी राम। मेरे साहब कहते ने माया की छाया विच ना बैठी, धन जोबन आख की छाया बिरद पहे दिन पुनिया, नानक नाम बिना दुहागन छूटी झूठ विछुनिया। वो कौड़ा अक हुंदा है,
मैं बेनती करा जिन्हों ने वेख्या ना इस वेले अखां अगे नक्शा आ गया होगा। उस अक का वजूद बहुत छोटा जिहा है, वो पौधा बहुत वड्डा नहीं, उस दे पत्ते भी बहुत विरले विरले ने। ते वड्डी गल एक होर है, उस नूं जिहड़े फल लगदे ने जहर भरे ने, उन्हां दे पत्तियां विच भी जहर ते कुड़तन ते बो भी पई मारदे ने। ध्यान च रखियो, जहर भरे पत्ते ते ककड़ियां, उन्हां दे पत्तियां विचों भी जहर ते बदबो ते है भी विरले विरले, ते पौधा भी बहुत छोटा है। कोई कहे मैं इस अक दे पौधे थले आराम कर लेवां, मेरे साहब कहते ने उत्थे आराम की करेंगे, उत्थे ते बेआरामी झोली विच पैगी। ये जिहड़ा धन है, जे तेरे कोल जवानी है, ये अक दी छां वर्गे ने, इन्हां चों तैनूं सुख नहीं मिलदे। धन जोबन आक की छाया, बिरद भये दिन पुनिया, सारी जिंदगी ये धन ते जवानी अक दी छां विच बतीत कर देती। एक दिन बुढ़ापा आ गया, दिन तेरे पूरे होण नूं आ गए, भलिया उस समय तक भी विश्लेषण करके देखदा ही रह गया भी सारी जिंदगी एवें गुजार लई। अंदर कोई सुख शांति नाम वो ना वसिया, अंदर सहज अवस्था ना आई, अंदर सुरत दी समाधि ना बनी। ये तो वो दर सी जिथे सुख सहज समाध गुरु बख्शिश करके झोली विच पाउंदे सन। पर सच ये है, अज साहब ने कहा भलिया शब्द की छाया हेठ बैठ, तू नाम सिमरन दी जो छत्रपति है, जिसने सारे संसार ते अपनी रहमत की छां करके सारे संसार का दुख दूर करने वाला महान ऐसा एक वृक्ष बनाया है, तो उस नाम की छाया हेठ बैठ। इस करके साहब समझाते ने भलिया जो सुख को चाहे सदा शरण राम की ले। आप जी नूं पता है भाई मरदाना जी गुरु नानक दे संग विच बहुत जीवन का सफ़र किया, ते जिस दिन गुरु नानक पातशाह जी ने भाई मरदाना जी नूं नाल लिजाण दी चोण कीती, ते हुण कहंदे ने मरदानिया साडे नाल चलना है। कहंदा जी 7 बचन नज़र गुरु दी पै जाए, मैं बेनती करा तो गुरु का फरमान उस नूं मोड़िया नहीं जाता। गुरु नानक ने नज़र पाई सी, ते जदों कहा ना मेरे नाल चलना है, कहंदा जी 7 बचन। गुरु नानक पातशाह जी ने एक गल आखी सी, मरदाने एक गल सोच लै, जे ते दुनिया दे सुख भोगने है ही ते तलवंडी रहो, ते जे भुख प्यास विचों गुजरना है ही ते मेरे नाल चलण दा फैसला तां कर। तो उस समय भाई मरदाने जी आखिया सी, बाबा इंज कहते सन, बाबा जिथे तू है उथे दुनिया दे सारे सुख ने, जे तू मैथों दूर हो जाए तो मैनू इंज लगदा कि दुनिया दे सारे सुख भी दूर हो जाते हैं। ये सच सी, जिवें गुरु नानक पातशाह जी थां थां भ्रमण किया, रेत अक आहार कर रोड़ा की गुर किया बिछाई। भाई मरदाना जी भी नाल नाल विचरे, शब्द गाया, उस समय शब्द दे नाल रबाब नूं बजाया, ते गुरु नानक दी रजा ते शरण विच रह के जिंदगी दा आनंद प्राप्त किया। ये भी हकीकत है, जदों पहली उदासी गुरु नानक दे संग विच करीब 8.5 साल दी गुजार के वापस आए सन ना, ते साहब जी ने कहा सी, मरदानिया जा घर परिवार की खबर लै आ। भाई मरदाना जी हुण एकदम अंदर घर दे प्रवेश करते ने, कोई ये तो पता है नहीं सी ना भी मेरे सिर दे साईं आ रहे ने। भाई मरदाने की पत्नी ने एकदम देखिया मेरे शौहर आ गए, मेरे पति आ गए, चाह विच भर गई, बड़े मुस्कुराहट विच हुण मुस्कुरा के पानी का गिलास लिया के फड़ांदी है, लो जी जल छक लो। तो भाई मरदाने ने गिलास हाथ विच फड़िया, अजे पीता नहीं है। अपने घर वाली नूं मुखातब होके पुछदे ने, भागां वालीए मैनूं एक गल दस, मैं बहुत लंबे अरसे तक घरों बाहर रहा, ते तैनूं मेरे मगरों कोई मुश्किल तो नहीं आई, तैनूं कोई दिक्कत तो नहीं आई खान पीन की? तो उस समय घर वाली ने एक गल आखी सी, जी की गल पे करदे हो? जिन्हां दे नाल रब दी इबादत करन गए सो, जिन्हां दे नाल रब दी बंदगी करन गए सो, उन्हां दी बदौलत ते सारा संसार रज रज के खांदा, मैनू की कमी रह जानी सी?
गल सच करके जानियो, जिथे गुरु नानक ने, जिथे सतगुरु ने, उथे नाम है। जिथे नाम है उथे दुनिया के सारे सुख ने। इस करके अगर सुख चाहते हाँ तो साहब कहते ने प्रभु की शरणागत हो जा, उसकी शरण में चला जा। उसकी शरण में चला जाएगा, तेरे जीवन के दुख देन वाले जितने कर्मा रूपी गिद्दड़ ने वो सारे इंज नस जाएंगे। जिमें शेर की शरण चले जाइए तो गिद्दड़ नहीं आ सकते, सिंह शरण कत जाइए जो जंबक ग्रास है, जंबक गिद्दड़। जे शेर की शरण गया भी गिद्दड़ खा जान तो फिर शेर की शरण जान का की फायदा होया। इस करके साहब कहते ने प्रभु की शरण गया दुखों के ते कर्मां दे गिद्दड़ नस भज जाते ने। इस करके जे सदीवी सुख चाहता है तो उस प्रभु की शरण जा। जो सुख को चाहें सदा शरण राम की ले, कहो नानक सुन रे मना दुर्लभ मानक दे। ये शरीर मनुखा तन ये बड़ा दुर्लभ है, बहुत मुश्किल नाल लभ्या है। कबीर मानस जन्म दुलंभ है, होए न 12 बार जो बन फल पाके भोए गिर हैं। बहुर न लागे डार, एक दरखत दे पत्ते उस दे फल पक के डिग पैन, दोबारा उस टाहनी नाल जोड़े नहीं जा सकते। पर अफसोस है उधर फल पक के डिगे। मैं बेनती करा इधर तेरा जीवन कच्चे पत्ते ते कच्चे फल की तरह ही टुट गया। भलिया होशियार हो, ये मनुखा जन्म दुर्लभ है, इसनू एवें ना गवा। इसका एक एक श्वास अमोलक है। और सच ये है अज इन्हां श्वासां दे बदले विच तू नाम धन संग्रह कर। इन्हां मन दे ख्यालां विच अंदर दी चेतना विच चेतना दे बदले चिंतन इकट्ठा कर। ये ना समझियो भी ये मनुखा तन एवें मिल गया, ये बाजारों नहीं मिलता, ये पैसे दित्तिया नहीं मिलता, ये अपनी मर्जी नाल कहिए मैं दोबारा फिर बंदा बन के इसे घर आ जावां, इंज नहीं मिलता। ये तो उसकी रहमत नाल मिलता है। इस वास्ते पही प्राप्त मानुख देहरिया गोबिंद मिलन की, ये तेरी बरिया। भलिया तेनू वेला मिलिया, अज मनुख बनाया, तू दुनिया चला, तू अपना संसार भी बना, पर हाथ पाँव कर काम सब चीत निरंजन नाल। अंदर दे चित नूं ते संभाल, अंदर दी सुरत नूं ते शब्द दे घर विच लै जा। क्यों मनुखा जन्म कीमती अजाई गवारे हैं। मैं एक बेनती करा, रैन गवाई सोए कै दिवस गवाया खाए, हीरे जैसा जन्म है कौडी बदले जाए। कबीरा एक अचंभो देखियो, हीरा हाट बिकाए, बनजन हारे बाहरा कौडी बदले जाए। रात गुजर जाए सिमरन करके, सौंदियां सौंदियां वाहिगुरु वाहिगुरु करके, अमृत वेले उठदियां सार वाहिगुरु वाहिगुरु ते शुक्र करके गुजर जाए कि पातशाह तेरी रहमत नाल मैनू बिस्तरा मिलिया ते नींद आई। मालिक रहमत करियो। मैं बेनती करा, रात बच जाती उन्हां दी, दिन बच जाता उन्हां दा। अमृत वेले जाग नितनेम करके मालिक दे चरनां विच अरदास करदे ने, मालिक तेरी रहमत नाल रैन सुखां भरी बतीत होई। जागना बनिया नितनेम कराया जे, आउण वाला 4 पहर दिन सुखां भरिया बतीत कराउणा। ये सच है कि दिन बच जाता है। तो जेडे सौन लग्गियां भी चेते नहीं करते, जागन लग्गियां भी चेते नहीं करते। कुछ खा के कुछ रोते में कट गई, कुछ सोते में कट गई, कुछ राहों में कट गई, कुछ आहों में कट गई। हकीकत ये है, इंज जिंदगी अगर बतीत कर देती, मार्ग पे चलने वाले मंजिल पे जा पहुँचे, रास्ता बदलने वालों की राहों में कट गई।
ਭਲਿਆ ਆਪਣਾ ਜੀਵਨ ਇੰਜ ਨਾ ਗਵਾ। ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਕੁਝ ਸੰਗਤ ਕਰ ਲੈ, ਕੁਝ ਨਿਤਨੇਮ ਕਰ ਲੈ, ਆਪਣਾ ਦੁਨੀਆ ਦਾ ਕਦਮ ਵੀ ਉਠਾ ਲੈ, ਤੇਰਾ ਸੰਸਾਰ ਵੀ ਬਣਿਆ ਰਹੇ, ਤੇਰਾ ਧਰਮ ਵੀ ਬਣਿਆ ਰਹੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਤੇਰਾ ਲੋਕ ਵੀ ਸੁਖੀਆ, ਤੇਰਾ ਪਰਲੋਕ ਵੀ ਸੁਹੇਲਾ। ਦੇਖੋ ਗੁਰੂ ਕਿੱਡੀ ਬਖਸ਼ਿਸ਼ ਕਰਦੇ ਨੇ। ਮੈਂ ਤਾਂ ਇਹ ਕਹਿ ਲਵਾਂ, ਜੋ ਗੁਰੂ ਦਾ ਬਚਨ ਮੰਨ ਲੈਂਦੇ ਨੇ ਉਹਨਾਂ ਨੂੰ ਗੁਰੂ ਦੀ ਅਸੀਸ ਐਸੀ ਮਿਲ ਜਾਂਦੀ ਹੈ, ਉਹਨਾਂ ਦਾ ਲੋਕ ਦੁਖੀਆ ਨਹੀਂ ਰਹਿੰਦਾ, ਉਹਨਾਂ ਦਾ ਪਰਲੋਕ ਦੁਹੇਲਾ ਨਹੀਂ ਬਣਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਭਲਿਆ ਆਪਣੇ ਮਨ ਨੂੰ ਕਹਿ, ਕਹੋ ਨਾਨਕ ਸੁਣ ਰੇ ਮਨਾ, ਦੁਰਲੱਭ ਮਾਨੁਖ ਦੇ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਮਾਇਆ ਕਾਰਨ ਧਾਵਹੀ, ਦੌੜ ਲੱਗੀ ਏ ਦਿਨ ਰਾਤ। ਸਰੀਰ ਵੀ ਦੌੜਦਾ ਹੈ, ਅੰਦਰੋਂ ਸੁਰਤ ਵੀ ਦੌੜਦੀ ਹੈ, ਸਿਰਫ ਮਾਇਆ ਕਾਰਨ। ਮੈਂ ਬੇਨਤੀ ਕਰਦਿਆਂ, ਮਾਇਆ ਵੱਲ ਦੌੜਿਆ ਮਾਇਆ ਹੱਥ ਨਹੀਂ ਆਉਂਦੀ। ਇਹ ਸੱਚ ਹੈ। ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਇਹ ਸੱਚ ਸੀ। ਇਸ ਮਾਇਆ ਦੇ ਮਗਰ ਦੌੜਨ ਵਾਲੀ ਸਾਰੀ ਦੁਨੀਆ, ਪਰ ਸਾਰੀ ਦੁਨੀਆ ਨੂੰ ਮਾਇਆ ਹੱਥ ਨਹੀਂ ਆਈ। ਇਸ ਮਾਇਆ को दृढ़ कर राखो, बंद आप बचन्नी। हजूर कहते ने तू माया नू ਇੰਨੀ ਸੰਭਾਲ ਕੇ ਰੱਖਦਿਆਂ ਅੰਦਰ ਦ੍ਰਿੜ ਕੀਤੀ ਹੋਈ, ਪੱਕੀ ਕੀਤੀ ਹੋਈ, ਤੂੰ ਮਾਇਆ ਦੀ ਗੰਢ ਬੰਨੀ। ਹਕੀਕਤ ਇਹ ਸੀ, ਤੈਨੂੰ ਜਾਪਿਆ ਮੈਂ ਮਾਇਆ ਬੰਨੀ ਏ। ਸਾਹਿਬ ਕਹਿੰਦੇ ਨੇ ਭੁਲੇਖਾ ਹੈ ਹੀ, ਮਾਇਆ ਨੂੰ ਤੂੰ ਨਹੀਂ ਬੰਨਿਆ, ਮਾਇਆ ਨੇ ਤੈਨੂੰ ਬੰਨਿਆ ਹੋਇਆ। ਬੰਦੇ ਆਪ ਬਚਨੀ। ਥੋੜੀ ਗੱਲ ਧਿਆਨ 'ਚ ਰੱਖਿਓ। ਇੱਕ ਬੰਦਾ ਗਾਂ ਲੈ ਕੇ ਜਾ ਰਿਹਾ ਹੈ, ਰੱਸਾ ਅੱਗੋਂ ਫੜਿਆ, ਖਰੀਦ ਕੇ ਲਿਆਇਆ ਸੀ, ਤੇ ਗਾਂ ਆਪਣੇ ਮਾਲਕ ਦੇ ਘਰੋਂ, ਇਹ ਪਸ਼ੂ ਐਸੇ ਨੇ, ਇਹ ਥੋੜੀ ਕਿਤਿਆਂ ਜਿੱਥੇ ਰਹਿੰਦੇ ਨੇ ਨਾ, ਉੱਥੋਂ ਜਾਣ ਲਈ ਤਿਆਰ ਨਹੀਂ ਹੁੰਦੇ। ਉਹ ਅੱਗੇ ਨੂੰ ਖਿੱਚ ਰਿਹਾ, ਪਰ ਇਹ ਜਾਣ ਲਈ ਤਿਆਰ ਨਹੀਂ, ਪਰ ਫਿਰ ਵੀ ਖਿੱਚੀ ਜਾ ਰਿਹਾ। ਅੱਗੋਂ ਇੱਕ ਸਾਧੂ ਫਕੀਰ ਮਿਲਿਆ, ਉਹ ਪੁੱਛਦਾ, ਇਸ ਗਾਂ ਦਾ ਮਾਲਕ ਕੌਣ ਹੈ? ਕਹਿੰਦਾ ਜੀ ਮੈਂ ਹਾਂ। ਦੇਖੋ ਨਾ, ਰੱਸਾ ਫੜ ਕੇ ਇਸ ਨੂੰ ਖਿੱਚੀ ਲਿਜਾ ਰਿਹਾ, ਮੈਂ ਮਾਲਕ ਹਾਂ। ਤੇ ਸਾਈਂ ਫਕੀਰ ਦੇ ਹੱਥ ਵਿੱਚ ਬੜੀ ਤੇਜ਼ ਛੁਰੀ ਫੜੀ ਸੀ। ਉਹਨੇ ਬੜੀ ਤੇਜ਼ੀ ਨਾਲ ਉਸ ਦੇ ਰੱਸੇ ਤੇ ਛੁਰੀ ਫੇਰ ਦਿੱਤੀ। ਜਦੋਂ ਛੁਰੀ ਫੇਰੀ, ਗਾਂ ਖੁੱਲ ਗਈ। ਜਿਹੜੇ ਘਰੋਂ ਆਈ ਸੀ ਤੇਜ਼ੀ ਨਾਲ ਦੌੜੀ, ਹੁਣ ਮਗਰ ਗਾਂ ਦੇ ਦੌੜ ਰਿਹਾ। ਉਹ ਕਹਿੰਦਾ ਮੈਨੂੰ ਹੁਣ ਦੱਸ ਜਾ ਵੀ ਗਾਂ ਤੇਰੀ ਮਾਲਕ ਕਿ ਤੂੰ ਗਾਂ ਦਾ ਮਾਲਕ? ਹੁਣ ਤੂੰ ਗਾਂ ਦੇ ਮਗਰ ਮਗਰ ਜਾ ਰਿਹਾ, ਅੱਗੇ ਗਾਂ ਤੇਰੇ ਮਗਰ ਮਗਰ ਆ ਰਹੀ ਸੀ। ਕਹਿੰਦੇ ਬੜਾ ਭੁਲੇਖਾ ਹੈ, ਲੱਗਦਾ ਇਹ ਹੈ ਮੈਂ ਮਾਇਆ ਦਾ ਮਾਲਕ ਹਾਂ। ਦਰਅਸਲ ਮਾਇਆ ਦੇ ਅਸੀਂ ਮਾਲਕ ਨਹੀਂ, ਮਾਇਆ ਸਾਡੀ ਮਾਲਕ ਬਣ ਬੈਠੀ ਹੈ। ਸਾਨੂੰ ਗੁਲਾਮ ਬਣਾ ਲਿਆ, ਸਾਨੂੰ ਦਾਸ ਬਣਾ ਲਿਆ, ਸਾਨੂੰ ਇਸ ਮਾਇਆ ਨੇ ਆਪਣਾ ਸੇਵਕ ਬਣਾ ਲਿਆ। ਮੇਰੇ ਸਾਹਿਬ ਕਹਿੰਦੇ ਨੇ, ਤੂੰ ਮਾਇਆ ਕਾਰਨ ਨਾ ਦੌੜ, ਮਾਨੁਖ ਬਿਨ ਬੁੱਝੇ ਬਿਰਥਾ ਆਇਆ। ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਜੋ ਮਿਰਤਕ ਉਡਾਇਆ ਧਾਏ ਧਾਏ। किरपन श्रम कीनो एकत्र करी है माया, दान पुण्य नहीं संतन सेवा, कित ही काज न आया। कर आभरण सवारी सेजा, कामन थाट बनाया, संग न पायो अपने भरते, पेख पेख दुख पाया। सारो दिन समझूरी करता, तो हो मूसलें छलाया, खेद भयो बेगारी न्याई, घर कै काम न आया। हजूर कहते ने तेरी हालत ये है, ज्यों बेगारी कै सिर दीजै दाम, ओए खसमे के ग्रह उन दुख सहाम। जिवें पुरातन समय हुंदे सी, घोड़ी ते चढ़ना नंबरदार ने ते मामला उगराउणा। पिंड विच जाके सारिਆਂ ਕੋਲੋਂ ਜ਼ਮੀਨ ਦਾ जो टैक्स ਉਹਨੂੰ मामला किया ਜਾਂਦਾ ਸੀ, ਉਹ मामला उगराउणा। उस समय कागਜ਼ਾਂ ਦੀ ਕਰੰਸੀ नहीं सी हुंदी, उस समय चांदी ਦੇ ਰੁਪਈਏ ਜਾਂ ਸੋਨੇ ਦੀਆਂ ਮੋਹਰਾਂ। ਉਹ ਹੁਣ ਚਾਂਦੀ ਦੇ ਰੁਪਈਏ, ਕਿਸੇ ਕੋਲੋਂ 20 ਮਿਲੇ, ਕਿਸੇ ਕੋਲੋਂ 50 ਮਿਲੇ, ਜਿੰਨੀ ਜਿੰਨੀ ਜ਼ਮੀਨ ਉਹਨਾਂ ਮਾਮਲਾ ਇਕੱਠਾ ਕੀਤਾ। ਉਹ ਪੰਡ ਹੁਣ ਹੋ ਗਈ ਭਾਰੀ। ਹੁਣ ਉਹ ਨੰਬਰਦਾਰ ਲੱਭਦਾ ਵੀ ਇੱਥੋਂ ਪਿੰਡ ਵਿੱਚੋਂ ਕੋਈ ਬੰਦਾ ਲੱਭੋ।
ਉਸ ਨੂੰ ਕਹਿੰਦੇ ਨੇ ਬਿਗਾਰੀ। ਵੀ ਕਿਸੇ ਗਰੀਬ ਬੰਦੇ ਨੂੰ ਕਹਿਣਾ ਚੁੱਕ ਪੰਡ ਚੱਲ ਮੇਰੇ ਨਾਲ ਤੇ ਮੇਰੇ ਘਰ ਛੱਡ ਕੇ ਆ। ਹੁਣ ਮੈਂ ਬੇਨਤੀ ਕਰਾਂ, ਉਸ ਬਿਗਾਰੀ ਦੇ ਸਿਰ ਤੇ ਚਾਂਦੀ ਦੇ ਰੁਪਈਆਂ ਦੀ ਪੰਡ ਰੱਖੀ ਗਈ। ਜਿਉਂ ਬਿਗਾਰੀ ਕਹਿ ਸਿਰ ਦੀਜਹਿ ਦਾਮ, ਜੇ ਤੇ ਚਾਂਦੀ ਦੇ ਰੁਪਈਆਂ ਦੀ ਪੰਡ ਆਪਣੇ ਘਰ ਲੈ ਕੇ ਜਾਣੀ ਹੁੰਦੀ ਤੇ ਬੜਾ ਚਾਅ ਹੋਣਾ ਸੀ, ਥਕਾਵਟ ਰੱਤੀ ਭਾਰ ਵੀ ਨਹੀਂ ਸੀ ਹੋਣੀ। ਹੁਣ ਮਜਬੂਰੀ ਵਿੱਚ ਭਾਰ ਵੀ ਚੁੱਕਣਾ ਪਿਆ। ਉਹ ਚਾਂਦੀ ਦੇ ਰੁਪਈਆਂ ਦੀ ਪੰਡ ਮਿਲਣੀ ਤੇ ਇੱਕ ਪਾਸੇ ਰਹਿ ਗਈ, ਉਹਦੀ ਮਜ਼ਦੂਰੀ ਵੀ ਨਹੀਂ ਮਿਲਣੀ। ਹਕੀਕਤ ਇਹ ਹੈ, ਹਜੂਰ ਕਹਿਣ ਲੱਗੇ ਜਿਵੇਂ ਬਿਗਾਰੀ ਦੇ ਸਿਰ ਤੇ ਉਹ ਚਾਂਦੀ ਦੇ ਰੁਪਈਆਂ ਦੀ ਪੰਡ ਰੱਖੀ ਏ, ਉਹ ਖਸਮੇ ਕੇ ਗ੍ਰਹਿ ਉਨ ਦੁਖ ਸਹਾਮ, ਉਹ ਸਾਰੇ ਪੈਸੇ ਤੇ ਗਏ ਮਾਲਕ ਦੇ ਘਰ, ਇਸ ਨੂੰ ਵਿਚਾਰੇ ਨੂੰ ਵਾਧੂ ਦਾ ਬੋਝ ਹੀ ਚੁੱਕਣਾ ਰਹਿ ਗਿਆ। ਇਹ ਹਕੀਕਤ ਹੈ। ਇਸ ਢੰਗ ਨਾਲ ਜ਼ਿੰਦਗੀ ਭਰ ਜੋ ਮਾਇਆ ਦੇ ਮਗਰ ਦੌੜਦੇ ਰਹੇ, ਇਕੱਠੀ ਕਰਦੇ ਰਹੇ, ਉਹ ਇੱਕ ਦਿਨ ਸਾਡੇ ਹੱਥ ਨਾ ਆਈ, ਉਹ ਸਾਡੇ ਨਾਲ ਨਾ ਗਈ, ਉਸ ਨੇ ਜੀਵਨ ਵਿੱਚ ਵੀ ਸਾਥ ਨਾ ਦਿੱਤਾ, ਉਹਦਾ ਮਾਲਕ ਕੱਲ੍ਹ ਨੂੰ ਕੋਈ ਹੋਰ ਬਣ ਗਿਆ। ਇਹ ਸੱਚ ਸੀ ਕਿ ਇਸ ਢੰਗ ਨਾਲ ਅਣਜਾਣ ਬੰਦੇ ਮਾਇਆ ਵਾਸਤੇ ਦੌੜਦੇ ਨੇ। ਮੈਂ ਇੱਕ ਬੇਨਤੀ ਕਰਾਂ, ਮਾਇਆ ਸਭ ਨੂੰ ਚਾਹੀਦੀ, ਧਰਮੀ ਬੰਦਿਆਂ ਨੂੰ ਵੀ ਚਾਹੀਦੀ ਹੈ। ਅੱਜ ਗ੍ਰਸਤੀ ਜੀਵਨ ਵਾਸਤੇ ਮਾਇਆ ਦੀ ਬੜੀ ਲੋੜ ਹੈ, ਪਰ ਸਾਹਿਬ ਕਹਿੰਦੇ ਨੇ ਭਲਿਆ ਤੂੰ ਮਾਇਆ ਦੇ ਮਗਰ ਦੌੜਨ ਦੀ ਬਜਾਏ ਮਾਇਆ ਦੇ ਮਾਲਕ ਮਗਰ ਦੌੜ, ਮਾਇਆ ਆਪਣੇ ਆਪ ਤੇਰੇ ਕੋਲ ਆ ਜਾਏਗੀ। ਇਹ ਸੱਚ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ। ਭਲਿਆ ਮਾਇਆ ਦੀ ਕਦੀ ਤੋਟ ਨਹੀਂ ਆਏਗੀ। ਇੱਕ ਮਾਲਕ ਨੂੰ ਆਪਣੀ ਤਰਫ ਕਰ ਲੈ, ਉਸ ਦਾ ਬੰਦਾ ਬਣ ਜਾ, ਉਸ ਨਾਲ ਸਿਮਰਨ ਰਾਹੀਂ ਜੁੜ ਜਾ, ਉਸ ਦਾ ਰੋਜ਼ ਆਰਾਧਨ ਕਰ। ਕੀ ਭਲਾ ਬੰਦਗੀ ਸਿਮਰਨ ਕਰਨ ਵਾਲੇ ਨੂੰ ਮੇਰੇ ਮਾਲਕ ਸਾਹਿਬ ਭੁੱਖਾ ਮਾਰਨਗੇ? ਕਿ ਮੇਰੇ ਮਾਲਕ ਸਾਹਿਬ ਬੰਦਗੀ ਸਿਮਰਨ ਕਰਨ ਵਾਲੇ ਦੀ ਝੋਲੀ ਵਿੱਚ ਜੋ ਨਾਮ ਦੀ ਬਰਕਤ ਤੇ ਇਤਨੀ ਵੱਡੀ ਹੈ ਕਿ ਜੋ ਮਨ ਚਿੱਤ ਤੁਧ ਆਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਹਜੂਰ ਕਹਿੰਦੇ ਨੇ ਇਸ ਕਰਕੇ ਤੂੰ ਮਾਇਆ ਕਾਰਨ ਨਾ ਦੌੜ, ਤੂੰ ਅੰਮ੍ਰਿਤ ਵੇਲੇ ਸੰਗਤ ਵੱਲ ਦੌੜ, ਤੂੰ ਅੰਮ੍ਰਿਤ ਵੇਲੇ ਨਿਤਨੇਮ ਵੱਲ ਦੌੜ, ਤੂੰ ਅੰਮ੍ਰਿਤ ਵੇਲੇ ਆਪਣੀ ਸੁਰਤ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਉਸ ਦੇ ਚਰਨਾਂ ਵਿੱਚ ਲੀਨ ਕਰਨ ਵੱਲ ਸੁਰਤ ਨੂੰ ਦੌੜਾ। ਨਾ ਕਿ ਤੂੰ ਮਾਇਆ ਕਾਰਨ ਸਰੀਰ ਵੀ ਦੌੜੇ ਤੇ ਤੇਰਾ ਸੁਰਤ ਵੀ ਦੌੜਨ ਦਾ ਇੱਕ ਰਾਹ ਅਖਤਿਆਰ ਕਰ ਲਵੇ। ਉਹ ਅਜਾਨ ਲੋਕ ਨੇ। ਹਜੂਰ ਕੀ ਕਹਿੰਦੇ ਨੇ, ਥੋੜੀ ਗੱਲ ਧਿਆਨ 'ਚ ਰੱਖਿਓ, ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ। ਉਹ ਮੂਰਖ ਲੋਕ ਨੇ, ਉਹ ਅਣਜਾਣ ਨੇ, ਉਹ ਬੇਸਮਝ ਨੇ। ਉਹਨਾਂ ਦੇ ਹੱਥ ਨੁਕਤਾ ਨਹੀਂ ਆਇਆ ਵੀ ਮੈਂ ਮਾਇਆ ਵਾਲੀ ਦੌੜੀ ਜਾਵਾਂਗਾ, ਨਿਤਨੇਮ ਗਵਾ ਬੈਠਾਂਗਾ, ਸਿਮਰਨ ਗਵਾ ਬੈਠਾਂਗਾ, ਦਸਵੰਧ ਕੱਢ ਕੇ ਧਰਮ ਦਾ ਖਾਤਾ ਬੰਦ ਕਰ ਬੈਠਾਂਗਾ ਤੇ ਕੀ ਇੰਜ ਮੇਰੀ ਜ਼ਿੰਦਗੀ ਮਾਇਆਪਤੀ ਬਣ ਜਾਏਗੀ? ਨਹੀਂ। ਇਸ ਕਰਕੇ ਸਾਹਿਬ ਨੇ ਸਮਝਾਇਆ ਵੀ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ, ਤੂੰ ਆਪਣਾ ਜਨਮ ਵਿਅਰਥ ਨਾ ਗਵਾ। ਇਹ ਗੱਲ ਸਮਝ। ਜੇ ਅਕੇਲਾ ਮਾਇਆ ਕਾਰਨ ਦੌੜੇਗਾ, ਇਸ ਮਾਇਆ ਕਾਰਨ ਦੌੜਨ ਨਾਲ ਜਨਮ ਅਜਾਈ ਗਵਾ ਬੈਠੇਗਾ। ਔਰ ਇੱਕ ਗੱਲ ਥੋੜੀ ਜ਼ਰੂਰ ਧਿਆਨ 'ਚ ਰੱਖਿਓ, ਭਾਈ ਗੁਰਦਾਸ ਸਾਹਿਬ ਜੀ ਇੱਕ ਗੱਲ ਬਹੁਤ ਸੁੰਦਰ ਸਮਝਾ ਗਏ। ਮੰਨ ਲਓ ਕਿਸੇ ਸਮੇਂ ਮਾਇਆ ਚਲੀ ਜਾਂਦੀ ਹੈ, ਕੋਈ ਕਾਰੋਬਾਰੀ ਖੇਤਰ ਇਹੋ ਜਿਹਾ ਘਾਟੇ ਵਿੱਚ ਚਲਾ ਜਾਂਦਾ ਹੈ, ਹੁੰਦਾ ਗੁਰਮੁਖ ਜੁੜਿਆ ਹੁੰਦਾ ਗੁਰੂ ਚਰਨਾਂ ਨਾਲ, ਉਹ ਉਲਾਮਾ ਨਹੀਂ ਦਿੰਦਾ ਵੀ ਰੱਬਾ ਤੂੰ ਇਹ ਕੀ ਕੀਤਾ ਹੈ, ਤੂੰ ਮੇਰੀ ਮਾਇਆ ਕਿਉਂ ਖੋਹ ਲਈ ਏ। ਮੈਂ ਬੇਨਤੀ ਕਰਾਂਗਾ, ਮਨਮੁਖ ਹੋਵੇਗਾ, ਅਣਜਾਣ ਬੰਦਾ ਹੋਵੇਗਾ, ਉਹ ਮਾਇਆ ਮਿਲੇਗੀ ਤੇ ਫਿਰ ਆਖੇਗਾ ਵਾਹ ਰੱਬਾ ਬੜੀ ਕਿਰਪਾ ਕੀਤੀ, ਚੰਗਾ ਕਰ ਮੰਨੇ, ਮੰਦੀ ਹੋਏ ਆਸ਼ਿਕ ਇਹ ਨਾ ਆਖੀਏ ਜੇ ਲੇਖੈ ਵਰਤਸ ਹੋਏ। ਇਹ ਤੇ ਹਿਸਾਬ ਦੀ ਦੁਨੀਆ, ਤੂੰ ਆਸ਼ਿਕ ਕਾਹਦਾ, ਤੇਰਾ ਰੱਬ ਨਾਲ ਪਿਆਰ ਕਾਹਦਾ, ਤੂੰ ਉਸ ਦੀ ਸ਼ਰਨਾਗਤ ਕੀ ਹੋਇਆ? ਨਹੀਂ। ਮੇਰੇ ਸਾਹਿਬ ਨੇ ਜੋ ਗੱਲ ਸਮਝਾਈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ एक समय द्रुम सफल सपत्र पुन, एक समय फल फूल पत्र गिर जाते हैं, सरता सलल जैसे कब हूँ समान बह, कब हूँ अथा अत परबल दिखाते हैं। जैसे एक समय हीरा
होत जीरनांबर में, एक समय कंचन जड़े जगमगात है, तैसे गुरसिख राजकुमार जोगेश्वर है, माया धारी भारी जोग जुगत जुगात है। कहन लगे एक दरख्त है, उसनूं बड़े फल फुल ते पत्ते लगे ने, पर मौसम बदले है, पत झड़ आई है, उसके पत्ते झड़ गए, फल फुल सारे झड़ गए, रुंड मुंड जिहा हो गया वो दरख्त कि उसकी जड़ कट्टी गई है, कि वो जड़ों सुक गया। नहीं, भावें पत झड़ आए तो उसका सारा रूप वीरान करके रख दे, पर दरख्त अपनी जड़ कायम रखी खलोता है। मैं बेनती करांगा, दरख्त की होंद पत्तियां करके नहीं, गुरु के सिख की होंद भी ये दुनिया के सुख ऐशो इशरत ते धन संपदा करके नहीं, वो तो एक मूल लगे उन्नी सुख पाया, डाली लागे तिनी जन्म गवाया, वो तो अपना मूल कायम रखी बैठे ने। एक मैं बेनती करांगा, अगर किसी दरख्त का मुढ़ कट दिओ, पेड़ मुडाहू कटिया तिस डाल सुकंदे, ते जे मुढ़ कायम है तो टाहनियां भावें कटियां जान नवियां फिर निकल आउणगियां। इस करके माया आवे तद भी शुक्र, माया चली जाए तद भी शुक्र, माया की अवस्था मगर सुरत नहीं दौड़ानी। भाई गुरदास साहब जी कहते हैं, एक नदी हुंदी है, वो बड़ी भर के नक्को नक किनारियां तक वगदी है, मौसम आउंदा है, सर्दी आउंदी है, पिछे बर्फ जम जाती है, पानी घट जाता है, वो नदी सुक जाती है कि नदी अपनी होंद गवा देंदी है। पानी वगे ही तो नदी है, जे पानी ना वगे तद भी वो नदी है। भलिया जे दुनिया के सुख माया संपदा तेरे जीवन विच वगे तो तां भी गुरु का सिख है। जे कदी वो धन संपदा दी पानी की लहर घट जाए तो तू तद भी दाते दे शुक्र विच है। दाता तेरी रहमत है, जे सुख दे तां तुझे अराधी, दुख भी तुझे ते आई। भाई साहब जी ने तीजा फरमान दिता है कि हीरा, कहते ने उस हीरे नूं जे किते सोहणे नग विच जड़ दईए, सोने विच जड़िया होवे बड़ी चमक विखांदा है, पर जे किते वो हीरा पुरानी खस्ता किसे टाकी विच कपड़े विच बन दईए तो कि वो हीरा, मैं बेनती करा, मुल कटा बैठेगा कि वो हीरा जैसे एक समय हीरा होत जीरनांबर में, जीरन अंबर कमजोर कपड़े विच वो हीरा तद भी हीरा है। जे सोने की मुंदरी किसी नग विच जड़ दिता है तद भी वो हीरा है। जे शरीरक तौर पर कोई दुख समस्या आ जान तो समझ लेना जिंदगी तां भी नाम हीरे नाल जुड़ी हीरा है। ते जे किते संसार दे सुख संपदा आ जाए तो ऐसे गुरसिख राजकुमार, भावें वो राजकुमार होवे पर गुरु का सिख है, जोगेश्वर ये योगियां वर्गी हालत फकीरां वर्गी होवे तां भी वो गुरु का सिख सिख है। माया धारी भारी जोग जुगत जुगात है, उसनूं जीवन की जुगती आ गई है, अंदरों जुड़िया होया है। इस करके मेरे साहब कहते ने, तू अकेला माया पिछे दौड़दियां दौड़दियां धर्म की दौड़ किते रोक ना बैठी। वो अनजान लोग ने, इस करके बिना हरि भजन तो जन्म व्यर्थ चला जाता है। साहब रहमत करन, जिंदगी का मुख मकसद बंदगी है, हरि भजन है, सिमरन है, उसका चिंतन है। वो असी अपना अंदरला सुरत का कदम सदा उठाई रखीए, भावें दुनिया के अनेक सुख साडा जिंदगी का बहुत उचाइयां नूं छूंदा रूप बना दे, तद भी सिमरन नहीं छड्डना, तद भी नितनेम नहीं गवाउणा, तद भी धन गुरु ग्रंथ साहिब जी का दर ते संगत नहीं छड्डनी। चूँकि तेरी पनाह में आकर सभी दुख दूर होते हैं, अंधेरे में भटकने वाले भी पुरनूर होते हैं। तेरे दर की ये धूड़ भी अकसीर है मेरे सतगुर, तेरे हाथों में पत्थर भी कोहे नूर होते हैं।
उस मेरे मालिक दे दर नाल जुड़े रहे हो। जो मेरा मालिक साहब तमाम दुख कट्टन वाले ने, तमाम सुख झोली विच पाउण वाले ने। ये वो सुख पाउणगे जो सुख परम आनंद होवेगा, वो आएगा पर जाएगा नहीं। इस करके साहब ने अज दे 2 श्लोकां विच परम सुख समझाउंदियां ते माया दी दौड़ वाल सुरत नूं बचाउंदियां हरि भजन दी प्रेरणा दित्ती है ते समझाया कीमती मनुखा जन्म संभालियो, इस नूं एवें ना गवायो। मेरे साहब रहमत करन ये शब्द की बरकत संभाल के लोक परलोक सुहेला करिए जी। इन्हां अखरां नाल सतगुरु जी का कोटान कोट धन्नवाद जिन्ना जीवन जुगत दर्शाई। गुरु घर दे मुख ग्रंथी साहब सिंह साहब ज्ञानी रंजीत सिंह साहब जी का तय दिलों बहुत बहुत धन्नवाद। दिल्ली सिख गुरुद्वारा प्रबंधक कमेटी, धर्म प्रचार कमेटी, तिन्हां दा तय दिलों बहुत बहुत धन्नवाद। आप सारियां संगतां नूं हथ जोड़ जी आया कहंदे आ। सारियां संगतां दा हार्दिक धन्नवाद। दासरे दियां भुल्लां दी खिमा करियो जी। आओ मिल के सारे फतेह नाल सांझ पाओ ते आखो जी वाहिगुरु जी का खालसा वाहिगुरु जी की फतेह।